ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਦਾ ਸਵਾਗਤ ਹੈ ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਲੈ ਕੇ। ਮੈਂ ਕਵਿਤਾ ਸਿੰਘ ਹਾਜ਼ਰ ਤੇ ਨਾਲ ਹੀ ਸਾਡੇ ਅੱਜ ਦੇ ਸਟੱਡੀ ਵੀਜ਼ਾ ਐਕਸਪਰਟ ਸਾਡੇ ਨਾਲ ਨੇ ਜੀ ICCRC ਮੈਂਬਰ ਪਾਇਨੀਅਰ ਇਮੀਗ੍ਰੇਸ਼ਨ ਤੋਂ ਡਾਕਟਰ ਰਵੀ ਗਰਗ। ਸਰ ਜੀ ਸਤਿ ਸ਼੍ਰੀ ਅਕਾਲ, ਵੈਲਕਮ ਟੂ ਦੀ ਸ਼ੋ। ਕਵਿਤਾ ਜੀ ਸ਼ੋਅ ਤੇ ਸੱਦਾ ਦੇਣ ਲਈ ਬਹੁਤ ਬਹੁਤ ਧੰਨਵਾਦ ਤੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ। ਸੋ ਸਾਡੇ ਅੱਜ ਦੇ ਜਿਹੜੇ ਸਟੱਡੀ ਵੀਜ਼ਾ ਐਕਸਪਰਟ ਨੇ ਜੀ, ਸਾਡੇ ਦਰਸ਼ਕ ਸਾਡੇ ਜਿਹੜੇ ਵਿਦਿਆਰਥੀ ਨੇ ਚੰਗੇ ਤਰ੍ਹਾਂ ਦੇ ਨਾਲ ਵਾਕਫ ਨੇ ਇਹਨਾਂ ਦੇ ਨਾਲ। ਸੋ ਕਾਫੀ ਟਾਈਮ ਤੋਂ ਜੀ ਆਪਣੀਆਂ ਸੇਵਾਵਾਂ ਜਿਹੜੀਆਂ ਹੈਗੀਆਂ ਨੇ ਸਟੱਡੀ ਵੀਜ਼ਾ ਦੇ ਨਾਲ ਸੰਬੰਧਿਤ ਹੈਗੀਆਂ ਨੇ, ਚਾਹੇ PR ਨੂੰ ਲੈ ਕੇ ਹੈਗੀਆਂ ਨੇ, ਕੈਨੇਡਾ ਦੇ ਨਾਲ ਸੰਬੰਧਿਤ ਕੋਈ ਵੀ ਹੈ ਨਾ ਉਹਦੇ ਵਿੱਚ ਮਦਦ ਕਰਦੇ ਆਏ ਨੇ। ਸੋ ਫਿਲਹਾਲ ਜੀ ਅੱਜ ਵੀ ਅਸੀਂ ਕੈਨੇਡਾ ਸਟੱਡੀ ਵੀਜ਼ਾ ਦੀ ਗੱਲ ਕਰਾਂਗੇ, ਸੈਪਟੈਂਬਰ ਇਨਟੇਕ ਦੀ ਗੱਲ ਕਰਾਂਗੇ, ਜਨਵਰੀ ਇਨਟੇਕ ਦੀ ਗੱਲ ਕਰਾਂਗੇ। ਇਸ ਤੋਂ ਇਲਾਵਾ ਜੀ ਮੇ ਇਨਟੇਕ ਦੇ ਬਾਰੇ ਵੀ ਕਿ ਹਾਂ ਸੀਟਸ ਜਿਹੜੀਆਂ ਹੈਗੀਆਂ ਨੇ, ਐਡਮਿਸ਼ਨ ਜਿਹੜੀਆਂ ਨੇ ਸਟੂਡੈਂਟਸ ਨੇ ਲੈਣੀਆਂ ਸ਼ੁਰੂ ਕਰ ਦਿੱਤੀਆਂ ਨੇ, ਉਹਦੇ ਬਾਰੇ ਵੀ ਅਸੀਂ ਡਿਸਕਸ ਕਰਾਂਗੇ। ਤੇ ਫਿਲਹਾਲ ਜੀ ਰਿਜ਼ਲਟਸ ਦੀ ਵੀ ਗੱਲ ਕਰਾਂਗੇ ਤੇ ਸੈਮੀਨਾਰਸ ਦੀ ਵੀ ਗੱਲ ਕਰਾਂਗੇ ਜੋ ਕਿ ਪਾਇਨੀਅਰ ਇਮੀਗ੍ਰੇਸ਼ਨ ਤੁਹਾਡੇ ਵਾਸਤੇ ਲੈ ਕੇ ਆ ਰਿਹਾ ਹੈ ਬਹੁਤ ਜਲਦ ਤੁਹਾਡੇ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ। ਸੋ ਉਹਦੇ ਬਾਰੇ ਗੱਲਬਾਤ ਕਰਾਂਗੇ। ਸਟਾਰਟ ਜੀ ਮੈਂ ਪਹਿਲਾਂ ਜਨਵਰੀ ਇਨਟੇਕ ਦੀ ਐਡਮਿਸ਼ਨਸ ਤੋਂ ਕਰ ਲੈਂਦੇ ਆ। ਕਿੱਦਾਂ ਦਾ ਰਿਸਪੌਂਸ ਦੇਖ ਰਹੇ ਹੋ ਇਸ ਵਾਰੀ? ਸਟੂਡੈਂਟਸ ਦਾ ਇੰਟਰਸਟ ਕਿੰਨਾ ਕੁ ਹੈਗਾ ਕੈਨੇਡਾ ਨੂੰ ਲੈ ਕੇ? ਕਵਿਤਾ ਜੀ ਇਸ ਵਕਤ ਬੜੇ ਸਾਰੇ ਕੰਟਰੀ ਜਿਹੜੇ ਆਸਟ੍ਰੇਲੀਆ, ਨਿਊਜ਼ੀਲੈਂਡ ਤਕਰੀਬਨ ਬੰਦ ਨੇ, ਫਲਾਈਟਸ ਉਹਨਾਂ ਦੀਆਂ ਬੰਦ ਨੇ। ਇੰਟਰਨੈਸ਼ਨਲ ਸਟੂਡੈਂਟਸ ਨੂੰ ਹਾਲੇ ਉੱਥੇ ਜਾਣਾ ਅਲਾਊਡ ਨਹੀਂ ਹੈਗਾ, ਲੇਕਿਨ ਕੈਨੇਡਾ ਨੇ ਬੰਦ ਹੀ ਨਹੀਂ ਕੀਤਾ। ਜਿਹੜਾ ਇੰਨਾ ਕਰੋਨਾ ਦੇ ਟਾਈਮ 'ਤੇ ਵੀ ਉਹਨਾਂ ਨੇ ਆਪਣੀ ਪਾਲਿਸੀ ਜਿਹੜੀ ਹੈਗੀ ਹੈ ਲੀਨੀਅੰਟ ਰੱਖੀ ਔਰ ਕੁਛ ਨਾ ਕੁਛ ਨਵੇਂ ਇਸ ਤਰ੍ਹਾਂ ਦੇ ਰੂਲਸ ਰੱਖੇ ਕਿ ਸਟੂਡੈਂਟਸ ਨੂੰ ਤਕਲੀਫ ਨਾ ਹੋਵੇ। ਆਨਲਾਈਨ ਸਟੱਡੀ ਇੰਡੀਆ ਤੋਂ ਜਾਂ ਕਿਸੇ ਵੀ ਕੰਟਰੀ ਤੋਂ, ਕੈਨੇਡਾ ਤੋਂ ਬਾਹਰ ਜਿਹੜਾ ਬੈਠ ਕੇ ਕਰ ਸਕਦੇ ਨੇ, ਉਸ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਸਤੇ ਐਲੀਜੀਬਲ ਬਣਾਇਆ ਔਰ ਵਿੱਚ ਨੂੰ ਫਲਾਈਟਸ ਜ਼ਿਆਦਾਤਰ ਖੁੱਲ੍ਹੀਆਂ ਰਹੀਆਂ। ਇਸ ਵਕਤ ਇਨਡਾਇਰੈਕਟ ਫਲਾਈਟਸ ਹਾਲਾਂਕਿ 21 ਸਤੰਬਰ ਤੱਕ ਬੰਦ ਨੇ, ਲੇਕਿਨ ਡਾਇਰੈਕਟ ਫਲਾਈਟਸ ਸਾਰੀ ਬੰਦ ਨੇ। ਇਨਡਾਇਰੈਕਟ ਫਲਾਈਟਸ ਜਿਹੜੀਆਂ ਨੇ ਉਹ ਦੂਸਰੇ ਕੰਟਰੀਜ਼ ਤੋਂ, ਮੈਕਸੀਕੋ ਜਾਂ ਕਿਸੇ ਹੋਰ ਕੰਟਰੀ ਦੇ ਥਰੂ ਜਾ ਰਹੇ ਨੇ ਸਟੂਡੈਂਟਸ ਔਰ ਪਹੁੰਚ ਰਹੇ ਨੇ ਠੀਕ ਠਾਕ, ਕੋਈ ਪ੍ਰੋਬਲਮ ਨਹੀਂ ਹੈਗੀ। ਔਰ ਕਈ ਪ੍ਰੋਗਰਾਮਸ ਹਾਈਬ੍ਰਿਡ ਹੈਗੇ ਨੇ ਜਿਹੜੇ ਕਿ ਕਿਉਂਕਿ ਉੱਥੇ ਜ਼ਿਆਦਾਤਰ ਲੋਕਾਂ ਨੂੰ ਵੈਕਸੀਨਸ ਲੱਗ ਚੁੱਕੇ ਨੇ। ਸੋ ਕੁਛ ਕਲਾਸਿਸ ਇਨ ਕਲਾਸ ਔਰ ਕੁਛ ਜਿਹੜੀ ਆਨਲਾਈਨ, ਔਰ ਕਈ ਪ੍ਰੋਗਰਾਮ ਇਨ ਪਰਸਨ ਹੀ ਹੈਗੇ ਨੇ। ਕਈ ਪ੍ਰੋਗਰਾਮਸ ਜ਼ਿਆਦਾਤਰ ਜਿਹੜੇ ਨੇ ਕਿਉਂਕਿ ਫਲਾਈਟਸ ਡਾਇਰੈਕਟ ਜਿਹੜੀਆਂ ਨੇ ਹੁਣ ਵੀ ਬੰਦ ਨੇ ਤੇ ਗਵਰਨਮੈਂਟ ਕੈਨੇਡਾ ਨੇ ਜਿਹੜੀ ਕਾਲਜਿਸ ਨੇ ਆਨਲਾਈਨ ਸਟੱਡੀ ਜ਼ਿਆਦਾਤਰ ਪ੍ਰੋਗਰਾਮ ਦੀ ਰੱਖੀ ਹੋਈ ਹੈ। ਸਟੂਡੈਂਟਸ ਨੂੰ ਲੋੜ ਹੈ ਧਿਆਨ ਦੇਣ ਦੀ ਕਿ ਜਿਹੜੇ ਸਤੰਬਰ ਇਨਟੇਕ ਵਾਸਤੇ ਜਿਨ੍ਹਾਂ ਦੇ ਵੀਜ਼ੇ ਲੱਗਦੇ ਪਏ ਨੇ ਜਾਂ ਇਨ ਪ੍ਰੋਸੈਸ ਹੈਗੀ, ਉਹਨਾਂ ਦੇ ਜਿਹੜੇ ਪ੍ਰੋਗਰਾਮ ਨੇ ਉਹ ਕਿਸ ਮੋਡ 'ਚ ਹੈਗੇ ਨੇ, ਹਾਈਬ੍ਰਿਡ ਹੈਗੇ ਜਾਂ ਇਨ ਕਲਾਸ ਹੈਗੇ ਜਾਂ ਕਿਸ ਤਰ੍ਹਾਂ ਹੈਗੇ, ਆਪਣੀ ਕਾਉਂਸਲਰ ਵਗੈਰਾ ਨਾਲ ਗੱਲ ਕਰਕੇ ਰੱਖਣ। ਲੇਕਿਨ ਬਹੁਤ ਜ਼ਿਆਦਾ ਇਸੇ ਕਰਕੇ ਕਿਉਂਕਿ ਕੈਨੇਡਾ ਅੰਬੈਸੀ ਦੀ ਜਿਹੜੀ ਲਿਬਰਲ ਔਰ ਲੀਨੀਅੰਟ ਪਾਲਿਸੀ, ਕੈਨੇਡਾ ਗਵਰਨਮੈਂਟ ਦੀ ਲੀਨੀਅੰਟ ਪਾਲਿਸੀਜ਼ ਕਰਕੇ ਕੈਨੇਡਾ ਬੰਦ ਹੋਇਆ ਹੀ ਨਹੀਂ। ਔਰ ਕਰੋਨਾ ਦੇ ਵਿੱਚ ਹੋਰ ਖਾਸ ਤੌਰ 'ਤੇ ਜਿਹੜੀਆਂ ਤਕਲੀਫਾਂ ਲੋਕਾਂ ਨੂੰ ਆਈਆਂ ਔਰ ਕੈਨੇਡਾ ਗਵਰਨਮੈਂਟ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਆਪਣੇ ਉੱਥੇ ਜਿਹੜੇ ਪਰਸਨ ਦੀ, ਸਿਟੀਜ਼ਨਸ ਦੀ ਔਰ ਉੱਥੇ ਦੇ ਲੋਕਾਂ ਦੀ। ਸੋ ਉੱਥੇ ਦੇ ਸਿਸਟਮ ਨੂੰ, ਵਧੀਆ ਸਿਸਟਮ ਨੂੰ ਦੇਖਦੇ ਹੋਏ ਹੋਰ ਵੀ ਜ਼ਿਆਦਾ ਲੋਕ ਜਿਹੜੇ ਰਦਰ ਐਨਕਰੇਜਡ ਹੋਏ ਨੇ ਔਰ ਬਹੁਤ ਜ਼ਿਆਦਾ ਇਨਕੁਆਇਰੀਜ਼ ਔਰ ਬਹੁਤ ਜ਼ਿਆਦਾ ਸਟੂਡੈਂਟਸ ਜਾਣਾ ਚਾਹੁੰਦੇ ਨੇ। ਸੈਮੀਨਾਰਸ ਸ਼ੁਰੂ ਹੋ ਗਏ ਨੇ ਕੰਪਨੀ ਦੇ ਆਲਰੇਡੀ ਔਰ ਬਹੁਤ ਅੱਛਾ ਜ਼ਬਰਦਸਤ ਰਿਸਪੌਂਸ ਚੱਲਦਾ ਪਿਆ ਹੈਗਾ। ਮੈਂ ਡੇਟਸ ਦੱਸ ਦੇਣਾ, ਅੱਜ ਮੋਗਾ ਦੇ ਵਿੱਚ ਸੀਗਾ ਤੇ ਕੱਲ੍ਹ ਨੂੰ ਫਿਰੋਜ਼ਪੁਰ ਔਰ 27 ਤਰੀਕ ਨੂੰ, 26 ਨੂੰ ਫਿਰੋਜ਼ਪੁਰ, 27 ਨੂੰ ਬਰਨਾਲਾ, 29 ਨੂੰ ਫਿਰ ਚੰਡੀਗੜ੍ਹ ਔਰ 2 ਨੂੰ ਫਿਰ ਬਰਨਾਲਾ, 3 ਨੂੰ ਬਠਿੰਡਾ, 4 ਨੂੰ ਪਟਿਆਲਾ। ਔਰ ਖਾਸ ਤੌਰ 'ਤੇ ਇਹਨਾਂ ਸਾਰੇ ਸਿਟੀਜ਼ ਦੇ ਵਿੱਚ ਬਹੁਤ ਸਾਰੇ ਕਾਲਜਿਸ ਪਾਰਟੀਸਪੇਟ ਕਰਨਗੇ। ਵੈਲਕਮ ਕਾਲਜਿਸ ਨੂੰ ਸਿੱਧਾ ਵੀ ਮਿਲ ਸਕਦੇ ਆ। ਕਿਹੜੇ ਕਾਲਜਿਸ ਪਾਰਟੀਸਪੇਟ ਕਰਨਗੇ ਇਸ ਬਾਰੇ ਫੋਨ 'ਤੇ ਗੱਲ ਕਰਕੇ ਜਾਣਕਾਰੀ ਲਿੱਤੀ ਜਾ ਸਕਦੀ ਹੈ। ਲੇਕਿਨ ਕੰਸਲਟੈਂਟ ਜਿਹੜੇ ਨੇ ਸਾਡੇ ਕਾਉਂਸਲਰਸ, ਮੈਨੇਜਰਸ ਔਰ ਮੈਂ ਖੁਦ ਵੀ ਅਵੇਲੇਬਲ ਹੋਵਾਂਗਾ ਇਹਨਾਂ ਸੈਮੀਨਾਰਸ 'ਤੇ ਸਟੂਡੈਂਟਸ ਨੂੰ, ਪੇਰੈਂਟਸ ਨੂੰ ਮਿਲਣ ਵਾਸਤੇ। ਔਰ ਜਿਹੜਾ ਕੰਸਲਟੈਂਟ ਹੈ ਉਸ ਦੀ ਜਿਹੜੀ ਹੈਗੀ ਹੈ ਬਹੁਤ ਅਹਿਮੀਅਤ ਹੈਗੀ ਹੈ ਕੈਰੀਅਰ ਕਾਉਂਸਲਿੰਗ, ਕਿਉਂਕਿ ਕਾਲਜਿਸ ਜਿਹੜੇ ਨੇ ਉਹ ਆਪਣੇ ਕਾਲਜ ਬਾਰੇ ਹੀ ਇਨਫੋਰਮੇਸ਼ਨ ਦਿੰਦੇ ਨੇ। ਲੇਕਿਨ ਕੰਸਲਟੈਂਟ ਨੇ ਸਾਰੇ ਕੈਨੇਡਾ ਦੇ ਵਿੱਚ ਜਿੰਨੇ ਵੀ ਕਾਲਜਿਸ, ਯੂਨੀਵਰਸਿਟੀਜ਼ ਨੇ, ਤੁਹਾਡੇ ਵਾਸਤੇ ਕਿਹੜਾ ਸੁਟੇਬਲ, ਘੱਟ ਫੀਸ ਜਾਂ ਜਿੱਥੇ PR ਸੌਖੀ, ਅਲੱਗ-ਅਲੱਗ ਥਾਵਾਂ ਦੀ PR ਦੀ ਵੀ ਨੌਲੇਜ ਰੱਖਣੀ ਹੈ। ਕਿਉਂਕਿ PR ਜਿਹੜੀ ਗੱਲ ਕਰੀਏ ਤੇ ਜਿਸ ਤਰ੍ਹਾਂ ਕੈਨੇਡਾ 'ਚ ਸਾਡੇ ਆਫਿਸ ਹੈਗੇ ਨੇ, ਇੱਕ ਸੈਸਕੈਟੂਨ ਦੇ ਵਿੱਚ, ਇੱਕ ਬਰੈਂਪਟਨ ਦੇ ਵਿੱਚ, ਤੇ ਅਸੀਂ ਉੱਥੇ ਜਿਹੜੇ ਸਟੂਡੈਂਟਸ ਭੇਜਦੇ ਆ ਉਹਨਾਂ ਦੀ PR ਵੀ, ਪਰਮਾਨੈਂਟ ਰੈਜ਼ੀਡੈਂਸ ਉੱਥੇ ਕਰਵਾਉਂਦੇ ਹੈਗੇ ਆ। ਤੇ ਸਾਰੀ ਜਿਹੜੀ PNP ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮ ਜਾਂ ਅਲੱਗ-ਅਲੱਗ ਜਿਹੜੀ ਫੈਡਰਲ ਕੈਟੇਗਰੀ ਹੈਗੀ ਆ, ਐਕਸਪ੍ਰੈਸ ਐਂਟਰੀ, ਉਸ ਦੇ ਰੂਲਸ ਐਂਡ ਰੈਗੂਲੇਸ਼ਨਸ ਤੋਂ ਸਾਨੂੰ ਜਿਹੜਾ ਅਪਡੇਟਡ ਰਹਿਣਾ ਪੈਂਦਾ ਔਰ ਉਸ ਨੂੰ ਧਿਆਨ ਵਿੱਚ ਰੱਖ ਕੇ ਹੀ ਤੁਹਾਨੂੰ ਸਾਰੀ
ਗਾਈਡੈਂਸ ਦਿੰਦੀ ਹੈ। ਜੀ ਬਿਲਕੁਲ ਜੀ। ਸੋ ਇਸੇ ਕਰਕੇ ਜੀ ICCRC ਮੈਂਬਰ ਹੈਗੇ ਨੇ ਸਾਡੇ ਅੱਜ ਦੇ ਜਿਹੜੇ ਸਟੱਡੀ ਵੀਜ਼ਾ ਐਕਸਪਰਟ ਪਾਇਨੀਅਰ ਇਮੀਗ੍ਰੇਸ਼ਨ ਤੋਂ ਡਾਕਟਰ ਰਵੀ ਗਰਗ। ਸਰ ਹੁਣ 6 ਈਚ ਤੇ 5.5 ਇੱਕ ਮੋਡਿਊਲ ਦੇ ਵਿੱਚੋਂ ਕਿੱਦਾਂ ਲਏਗੀ ਕੈਨੇਡਾ ਗਵਰਨਮੈਂਟ ਇਦਾਂ ਦੇ ਸਾਡੇ ਵਿਦਿਆਰਥੀਆਂ ਨੂੰ, ਤੇ PT ਦੇ ਇਸ ਵਾਰੀ ਵੀਜ਼ਾਸ ਆਏ ਨੇ ਜਾਂ ਫਿਰ ਨਹੀਂ? ਬਿਲਕੁਲ ਕਵਿਤਾ ਜੀ, ਦੇਖੋ ਮੈਂ ਇੱਕ ਚੀਜ਼ ਦੇਖੀ ਇੰਨੇ ਸਾਲਾਂ ਦੇ ਵਿੱਚ 2003 ਤੋਂ ਕੰਪਨੀ ਹੈਗੀ ਹੈ ਔਰ ਬੜਾ ਲੰਬਾ ਮੇਰਾ ਤਜਰਬਾ ਹੈਗਾ ਅਲੱਗ-ਅਲੱਗ ਕੰਟਰੀਜ਼। ਕਿਸੇ ਟਾਈਮ ਤੇ ਆਸਟ੍ਰੇਲੀਆ ਦਾ ਬੜਾ ਤੂਫਾਨ ਚੱਲਦਾ ਸੀਗਾ, ਬਾਅਦ ਵਿੱਚ ਠੰਡਾ ਹੋ ਗਿਆ, ਉਹਨਾਂ ਨੇ ਬੜਾ ਜਿਹੜੀ ਇੰਡੀਆ ਨੂੰ ਜਿਹੜਾ ਹੈ ਲੈਵਲ ਉਸਦਾ ਚੇਂਜ ਕਰ ਦਿੱਤਾ। ਉਸ ਦੇ ਨਾਲ ਜਿਹੜੀ ਇਨਕਮਿੰਗ ਉੱਥੇ ਜਿਹੜੇ ਜਾਣ ਵਾਲੇ ਸਟੂਡੈਂਟਸ ਦੇ ਵਿੱਚ ਰੂਲ ਰੈਗੂਲੇਸ਼ਨ ਜਿਹੜੇ ਬੜੇ ਸਟ੍ਰਿਕਟ ਹੋ ਗਏ। ਇਸੇ ਤਰੀਕੇ ਨਾਲ ਉਸ ਵਕਤ ਤੇ ਮੈਨੂੰ ਯਾਦ ਹੈ 2007-8 ਦੇ ਵਿੱਚ ਕੈਨੇਡਾ ਦੇ ਬੜੇ ਘੱਟ ਵੀਜ਼ੇ ਲੱਗਦੇ ਸੀ। 2009 ਦੇ ਵਿੱਚ SPP ਆਇਆ, ਜਿਸ ਦੇ ਨਾਲ ਬੜੇ ਰੂਲਸ ਜਿਹੜੇ ਨੇ ਲੀਨੀਅੰਟ ਔਰ ਸੌਖੇ ਕਰ ਦਿੱਤੇ ਗਏ। ਔਰ ਉਸ ਤੋਂ ਬਾਅਦ ਮਈ 2009 SPP 2018 ਚ SDS ਦੇ ਵਿੱਚ ਜਿਹੜਾ ਹੈ ਸਾਰੇ ਇੰਡੀਆ ਤੋਂ ਬਹੁਤ ਜ਼ਿਆਦਾ ਜਿਹੜੀ ਹੈ ਸਟੂਡੈਂਟਸ ਕੈਨੇਡਾ ਵਾਸਤੇ ਜਾਂਦੇ ਪਏ ਨੇ। ਟਾਈਮ ਦੀ ਗੱਲ ਹੈਗੀ ਹੈ, ਕੁਛ ਅਲੱਗ-ਅਲੱਗ 2 ਮਹੀਨੇ ਕੋਈ ਲੀਨੀਅੰਟ ਹੈਗੇ, ਬਹੁਤ ਜ਼ਿਆਦਾ ਵੀਜ਼ੇ ਆਉਂਦੇ ਹੈ, ਕਦੇ ਘੱਟ ਹੋ ਜਾਂਦੇ ਹੈ, ਸਕਸੈਸ ਰੇਟ ਘਟਦਾ ਹੈ ਵੱਧਦਾ ਹੈ, ਕਦੇ 90% ਕਦੇ 60% ਜੀ। ਅਲੱਗ-ਅਲੱਗ ਟਾਈਮ ਤੇ ਅਲੱਗ-ਅਲੱਗ ਪਾਲਿਸੀਜ਼। ਲੇਕਿਨ ਇਸ ਵਕਤ ਦੀ ਗੱਲ ਇਹ ਹੈ ਕਿ ਜੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਓਵਰਆਲ 6 ਨਾਟ ਲੈਸ ਦੈਨ 5.5 ਜਿਹੜਾ ਕਿ SDS ਦੇ ਵਿੱਚ ਨਹੀਂ ਲੱਗੇਗਾ ਜਨਰਲ ਕੈਟੇਗਰੀ ਦੇ ਵਿੱਚ, ਇਸ ਵਕਤ ਸਕਸੈਸ ਰੇਟ ਘਟਿਆ ਹੋਇਆ ਹੈਗਾ। ਇਸ ਕਰਕੇ ਮੇਰੀ ਐਡਵਾਈਸ ਇਹ ਕਿ SDS ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੱਸਿਆ 6 ਈਚ ਲੈ ਕੇ ਹੀ ਜਿਹੜੀ ਹੈ ਫਾਈਲ ਲਾਈਏ, ਜਾਂ ਆਪਾਂ ਸ਼ੁਰੂ ਕਰ ਸਕਦੇ ਹਾਂ। ਬਹੁਤ ਸਾਰੇ ਕਾਲਜਿਸ ਆਫਰ ਲੈਟਰ ਐਡਮਿਸ਼ਨ ਦਿੰਦੇ ਨਹੀਂ, ਕਿਉਂਕਿ ਜੇ ਵੀਜ਼ਾ ਹੀ ਨਾ ਆਉਣ ਤੇ ਕਾਲਜਿਸ ਵੀ ਆਫਰ ਲੈਟਰ ਨਹੀਂ ਦਿੰਦੇ। ਜਿਸ ਤਰ੍ਹਾਂ ਕਿ ਜੇ ਓਵਰਆਲ 6 ਤੇ 5.5 ਇਨ 2 ਮੋਡਿਊਲਸ ਦੇ ਵਿੱਚ ਹੈਗਾ ਤੇ ਜ਼ਿਆਦਾਤਰ ਕਾਲਜਿਸ ਆਫਰ ਲੈਟਰ ਨਹੀਂ ਦਿੰਦੇ, ਕਿਉਂਕਿ ਹੁਣ ਤੱਕ ਓਵਰਆਲ 6 ਨਾਟ ਲੈਸ ਦੈਨ 5.5 ਇਨ 1 ਮੋਡਿਊਲ ਦੇ ਨਾਲ ਵੀਜ਼ੇ ਆਉਂਦੇ ਰਹੇ ਨੇ। ਲੇਕਿਨ ਰੀਸੈਂਟਲੀ ਇੱਕ ਕਾਲਜ ਤੋਂ ਆਇਆ ਕਿ ਜੀ ਥੋੜੀ ਜਿਹੀ ਸਕਸੈਸ ਰੇਟ ਨੂੰ ਘੱਟ ਨੂੰ ਦੇਖਦੇ ਹੋਏ ਅਸੀਂ ਹੁਣ 6 ਈਚ ਦੇ ਵਿੱਚ ਹੀ ਆਫਰ ਲੈਟਰ ਦੇਵਾਂਗੇ। ਐਲਫਾ ਕਾਲਜ ਜਿਹੜਾ ਹੈਗਾ ਸੇਂਟ ਲਾਰੈਂਸ ਕਾਲਜ ਦਾ ਕੈਂਪਸ ਹੈਗਾ ਟੋਰੰਟੋ ਦੇ ਵਿੱਚ। ਸੋ ਇਸੇ ਤਰੀਕੇ ਨਾਲ ਜਿਹੜਾ ਹੈਗਾ ਹੁਣ ਦੇ ਤਾਂ ਰਹੇ ਨੇ ਕਾਲਜਿਸ, ਕੋਈ ਐਸੀ ਗੱਲ ਨਹੀਂ, ਲੇਕਿਨ ਵੀਜ਼ਾ ਵੀ ਆ ਰਹੇ ਨੇ, ਇਹ ਨਹੀਂ ਕਹਿ ਸਕਦੇ ਕਿ ਨਹੀਂ ਆ ਰਹੇ। ਲੇਕਿਨ ਫਿਰ ਵੀ ਜਾਂ ਆਪਣੀ ਫਾਈਲ ਪ੍ਰੋਸੈਸ ਸ਼ੁਰੂ ਕਰਵਾ ਦਿਓ, ਕਿਉਂਕਿ ਇਸ ਤਰ੍ਹਾਂ ਨਹੀਂ ਹੈ ਕਿ ਵੀਜ਼ਾ ਨਹੀਂ ਆ ਰਹੇ। ਸੋ ਪ੍ਰੋਸੈਸ ਕਰਾਂਗੇ, ਕਾਲਜ ਵਿੱਚ ਐਡਮਿਸ਼ਨ ਲਵਾਂਗੇ, ਆਫਰ ਲੈਟਰ ਫੀਸ ਭਰ ਕੇ ਐਮਬੈਸੀ ਵਿੱਚ ਫਾਈਲ। ਔਰ ਨਾਲ ਹੀ ਮੇਰੀ ਐਡਵਾਈਸ ਕਿ ਸਟੂਡੈਂਟ ਜਦੋਂ ਅਸੀਂ ਸਾਰੀ ਪ੍ਰੋਸੈਸਿੰਗ ਕਰਦੇ ਪਏ ਹਾਂ ਤੇ ਸਟੂਡੈਂਟ ਫ੍ਰੀ ਹੈਗਾ ਤੇ ਆਈਲੈਟਸ ਦੀਆਂ ਕਲਾਸਾਂ ਲਾ ਕੇ 1-2 ਟੈਸਟ ਹੋਰ ਦੇ ਲੈਣ। ਔਰ ਵਾਈਲ ਜਿਹੜੀ ਕਿ ਅੰਬੈਸੀ ਦੇ ਵਿੱਚ ਫਾਈਲ ਇਨ ਪ੍ਰੋਸੈਸ ਹੈਗੀ ਹੈ ਤੇ ਅਗਰ ਆਪਣਾ ਰਿਜ਼ਲਟ ਇੰਪਰੂਵ ਹੋ ਗਿਆ 6 ਈਚ ਹੋ ਗਿਆ ਜਾਂ ਜ਼ਿਆਦਾ ਤਾਂ ਅਸੀਂ ਸਬਮਿਟ ਕਰਾ ਸਕਦੇ ਹਾਂ, ਆਪਾਂ ਸਬਮਿਟ ਕਰਵਾ ਸਕਦੇ ਹਾਂ। ਔਰ ਇੱਕ ਹੋਰ ਖਾਸ ਗੱਲ ਹੈਗੀ ਹੈ ਕਿ ਜੇ 6 ਈਚ ਜਾਂ ਅਬਵ ਹੈਗੇ ਨਹੀਂ ਤੇ ਆਈਲੈਟਸ ਜਨਰਲ ਵੀ ਜਿਹੜੀ ਹੈਗੀ ਆ ਅੰਬੈਸੀ ਲੈ ਲੇਗੀ। ਆਈਲੈਟਸ ਜਨਰਲ ਜਿਹੜੀ ਹੈਗੀ ਆ ਸੌਖੀ ਹੈ। ਹਾਂਜੀ ਠੀਕ, ਸਟੂਡੈਂਟ ਵੀਜ਼ਾ ਲਈ ਬਿਲਕੁਲ ਈਵਨ ਸਟੂਡੈਂਟ। ਹਾਲਾਂਕਿ ਇਹ ਆਮ ਧਾਰਨਾ ਹੈਗੀ ਹੈ, ਗਲਤਫਹਿਮੀ, ਕਿ ਜਨਰਲ ਜਿਹੜੀ ਹੈਗੀ ਹੈ ਸਿਰਫ PR ਵਾਸਤੇ ਲਿੱਤੀ ਜਾਂਦੀ ਹੈ। ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ। ਹਾਂ, ਕਾਲਜਿਸ ਜਿਹੜੇ ਨੇ ਜ਼ਿਆਦਾਤਰ ਜਿਹੜੇ ਨੇ ਐਡਮਿਸ਼ਨ ਵਾਸਤੇ ਆਈਲੈਟਸ ਅਕੈਡਮਿਕ ਲੈਂਦੇ ਨੇ, ਜਨਰਲ ਬਹੁਤ ਘੱਟ ਕਾਲਜਿਸ ਲੈਂਦੇ ਨੇ। ਲੇਕਿਨ ਅੰਬੈਸੀ ਨੂੰ ਕੋਈ ਪ੍ਰੋਬਲਮ ਨਹੀਂ ਅਗਰ 6 ਈਚ ਹੈਗੇ ਨੇ। ਅਗਰ ਓਵਰਆਲ 6 ਨਾਟ ਲੈਸ ਦੈਨ 5.5 ਨੇ ਤੇ ਫਿਰ ਅਕੈਡਮਿਕ ਹੀ ਐਕਸੈਪਟ ਕਰਨਗੇ, ਜਨਰਲ ਨਹੀਂ ਅੰਬੈਸੀ ਐਕਸੈਪਟ ਕਰੇਗੀ। 6 ਈਚ ਔਰ ਹਾਇਰ ਨੇ ਤੇ ਜਨਰਲ ਵੀ ਲੈ ਲੇਗੀ। ਜਨਰਲ ਜਿਹੜਾ ਹੈਗਾ ਅਕੈਡਮਿਕ ਨਾਲੋਂ ਖਾਸ ਤੌਰ ਤੇ ਰੀਡਿੰਗ ਪਾਰਟ ਜਿਹੜਾ ਹੈਗਾ ਉਹ ਸੌਖਾ ਹੁੰਦਾ ਹੈਗਾ। ਸੋ ਉਹ ਜਿਹੜੇ ਕਿ ਡਿਫਿਕਲਟੀ ਕੋਈ ਮਹਿਸੂਸ ਕਰ ਰਹੇ ਨੇ, ਸੋ ਉਹ ਜਨਰਲ ਦੀ ਜਿਹੜੀ ਟ੍ਰੇਨਿੰਗ ਲੈ ਕੇ ਜਨਰਲ ਦਾ ਟੈਸਟ ਦੇ ਲੈਣ। ਔਰ ਆਪਾਂ ਜਿਹੜਾ ਹੈ ਅਪਡੇਟ ਕਰ ਦਾਂਗੇ ਅੰਬੈਸੀ ਨੂੰ ਵਾਈਲ ਦਾ ਫਾਈਲ ਇਜ਼ ਇਨ ਪ੍ਰੋਸੈਸ। ਜਾਂ ਫਿਰ ਜਿਹੜਾ ਹੈਗਾ ਕੋਈ ਜ਼ਿਆਦਾ ਹੈਗੇ ਨੇ ਧਿਆਨ ਦੇਣ ਵਾਲੇ ਤੇ ਫਿਰ ਹਾਲੇ ਹੋਲਡ ਕਰ ਲਾਂਗੇ। ਅਗਰ ਗੈਪ ਨਹੀਂ ਆ, ਰੀਸੈਂਟ ਜਿਹੜੇ ਸਟੂਡੈਂਟਸ ਦੇ ਪਾਸ ਆਊਟ ਕੀਤਾ ਗੈਪ ਹੋਇਆ ਨਹੀਂ ਹੈਗਾ ਤੇ ਆਪਾਂ 2-4 ਮਹੀਨੇ ਲੇਟ ਫਾਈਲ ਲਾ ਲਈਏ, 6 ਈਚ ਲੈ ਲਓ ਤਾਂ ਹੋਰ ਜ਼ਿਆਦਾ ਸਕਸੈਸ ਰੇਟ ਵਧੇਗਾ। ਲੇਕਿਨ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਜਿਸ ਤਰ੍ਹਾਂ ਮੈਂ ਹਦਾਇਤ ਦਾ ਮਤਲਬ ਇੰਸਟਰਕਸ਼ਨਸ ਥੋੜ੍ਹੀ ਜਿਹੀ ਬਚ ਕੇ ਚੱਲਣ ਵਾਲੀ ਗੱਲ ਕਰਦਾ ਪਿਆ, ਇਸ ਤਰ੍ਹਾਂ ਜਿਹੜੇ ਕਿ ਰਿਸਕ ਵਾਲੇ ਜਾਂ ਲੋ ਸਕਸੈਸ ਰੇਟ ਵਾਲੀ ਗੱਲ ਹੈ, ਕਿਸੇ ਹੋਰ ਕੰਸਲਟੈਂਟ ਕੋਲ ਜਾਏਂਗੇ ਉਹ ਕਹਿ ਦੇਗਾ ਲਿਆਓ ਜੀ ਹੁਣੇ ਲਾ ਦਿੰਦੇ ਆ, ਔਰ ਕੋਈ ਵੱਡੀ ਗੱਲ ਨਹੀਂ ਕਿ ਗਰੰਟੀ ਵੀ ਦੇ ਦੇਣ। ਔਰ ਬਾਅਦ ਮੈਂ ਬੜੇ ਸਾਰੇ ਇੰਨੇ ਸੈਮੀਨਾਰਸ ਦੇ ਵਿੱਚ ਥਾਊਜ਼ੈਂਡਸ ਆਫ ਸਟੂਡੈਂਟਸ ਨੂੰ ਮਿਲਦਾ ਤੇ ਉਹ ਬੜੀ ਗੱਲ ਜਿਹੜੀ ਜਿਹਨੂੰ ਕਹਿੰਦੇ ਮਿਸਗਾਈਡੈਂਸ ਦੇ ਦਿੰਦੇ ਨੇ ਔਰ ਉਹ ਫਾਲਸ ਐਸ਼ੋਰੈਂਸ, ਝੂਠੀ ਤਸੱਲੀ ਦੇ ਕੇ ਆਪਣੇ ਕੋਲੇ ਫਸਾ ਲਿਆ ਔਰ ਉਸ ਤੋਂ ਬਾਅਦ ਰਿਫਿਊਜ਼ਲ ਹੋ ਗਈ ਤੇ ਉਸ ਤੋਂ ਬਾਅਦ ਕਹਿ ਦਿੱਤਾ ਕਿ ਜੀ ਇਹਦਾ ਵੀਜ਼ਾ ਅਫਸਰ ਨੇ ਲਾਣਾ ਸੀ ਤੇ ਇਹ ਜਿਹੜਾ ਹੈ ਸਟ੍ਰਿਕਟ ਸੀ ਵੀਜ਼ਾ ਅਫਸਰ ਜਾਂ ਪ੍ਰੋਬਲਮ ਸੀ। ਤੇ ਇਹ ਇਸ ਤਰ੍ਹਾਂ ਦੀ ਇਹਨਾਂ ਚੀਜ਼ਾਂ ਤੋਂ ਬਚ ਕੇ, ਕਿਉਂਕਿ ਦੇਖੋ ਬੱਚੇ ਦੇ ਕੈਰੀਅਰ ਦਾ ਸਵਾਲ ਹੈ, ਜ਼ਿੰਦਗੀ ਦਾ ਸਵਾਲ ਹੈ ਔਰ ਬਹੁਤ ਹੀ ਜ਼ਿਆਦਾ
ਬਹੁਤ ਹੀ ਜ਼ਿਆਦਾ ਸੀਰੀਅਸਲੀ ਸਟੂਡੈਂਟਸ ਲੈ ਲੈਂਦੇ ਆ। ਅਗਰ ਰਿਫਿਊਜ਼ਲ ਹੋ ਗਈ ਤਾਂ ਹਾਲਤ ਉਹਨਾਂ ਦੀ ਖੁਦ ਦੀ ਸੀਰੀਅਸ ਹੋ ਜਾਂਦੀ ਹੈ, ਬੱਚੇ ਦੀ ਹਾਲਤ ਸੀਰੀਅਸ ਤੇ ਪੇਰੈਂਟਸ ਦੀ ਵੀ ਸੀਰੀਅਸ ਹੋ ਜਾਂਦੀ ਹੈ। ਸੋ ਟੇਕ ਕੇਅਰ ਅਬਾਊਟ ਦੈਟ ਜੀ। ਅੱਛਾ, ਕੈਰੀਅਰ ਦੀ ਗੱਲ ਚੱਲੀ ਹੈ ਹੁਣ ਕੈਨੇਡਾ ਦੇ ਵਾਸਤੇ ਕਿ ਅਸੀਂ ਪੀਆਰ ਦੀਆਂ ਓਪਰਚੁਨਿਟੀਜ਼ ਭਾਲਦੇ ਹਾਂ, ਪੀਆਰ ਦੀਆਂ ਆਪਸ਼ਨਸ ਦੇਖਦੇ ਹਾਂ। ਹੁਣ 2 ਸਾਲ ਦਾ ਵੀ ਡਿਪਲੋਮਾ ਲੈ ਕੇ ਜਾਂਦੇ ਨੇ। ਬਿਲਕੁਲ, ਦੇਖੋ ਇਸ ਤਰ੍ਹਾਂ ਹੈ ਕਿ ਇਸ ਵਕਤ ਜਿਹੜੀ ਐਕਸਪ੍ਰੈਸ ਐਂਟਰੀ ਜਿਹੜੀ ਇਨ ਕੈਨੇਡਾ, ਆਊਟਸਾਈਡ ਕੈਨੇਡਾ ਦਾ ਮਤਲਬ ਇੰਡੀਆ ਤੋਂ ਮਾਸਟਰਸ ਕੀਤੀ ਹੋਣੀ ਚਾਹੀਦੀ ਹੈਗੀ ਹੈ, 8777 ਬੈਂਡ, ਲੈਸ ਦੈਨ 30 ਇਅਰਸ ਦੀ ਏਜ, 3 ਇਅਰਸ ਦਾ ਐਕਸਪੀਰੀਅੰਸ। ਇਹ ਜਿਹੜੇ ਪੀਆਰ ਵਾਸਤੇ ਆਮ ਤੌਰ ਤੇ ਐਲੀਜੀਬਲ ਹੁੰਦੇ ਨੇ, ਜਿਨ੍ਹਾਂ ਦੀ ਜਿਹੜੀ ਮੈਂ ਕ੍ਰਾਈਟੇਰੀਆ ਦੱਸਿਆ। ਲੇਕਿਨ ਪਿਛਲੇ ਸਾਲ, 1.5 ਸਾਲ, ਸਵਾ ਸਾਲ ਤੋਂ ਜਦ ਤੋਂ ਕਰੋਨਾ ਹੋਇਆ ਹੈਗਾ, ਇਨ ਕੈਨੇਡਾ ਸਟੂਡੈਂਟਸ ਨੂੰ ਹੀ ਪੀਆਰ ਦੇ ਰਹੇ ਆ। ਸੌਖੀ ਹੋ ਰਹੀ ਹੈ ਪੀਆਰ। ਜਿਹੜੇ ਸਟੂਡੈਂਟਸ ਵਗੈਰਾ ਜਿਹੜੇ ਕੈਨੇਡਾ ਦੇ ਵਿੱਚ ਹੈਗੇ ਨੇ, ਅਲੱਗ-ਅਲੱਗ ਪੋਲਿਸੀ ਰਾਹੀਂ ਉਹਨਾਂ ਨੂੰ ਪੀਆਰ ਦਿੰਦੇ ਪਏ ਨੇ। ਬਾਹਰੋਂ ਇਸ ਤਰ੍ਹਾਂ ਦੀ ਐਕਸਪ੍ਰੈਸ ਐਂਟਰੀ ਦਾ ਪ੍ਰੋਫਾਈਲ ਨਹੀਂ ਚੱਕਿਆ, ਪੀਆਰ ਨਹੀਂ ਦਿੰਦੇ ਪਏ। ਲੇਕਿਨ ਇਨਸਾਈਡ ਕੈਨੇਡਾ ਜਿਹੜਾ ਹੈ ਇਸ ਵਕਤ ਹਾਲਾਂਕਿ ਸੌਖੀ ਪੀਆਰ ਹੋ ਰਹੀ ਹੈ, ਲੇਕਿਨ ਜਨਰਲ ਟਾਈਮ ਦੀ ਗੱਲ ਕਰੀਏ ਤੇ 3 ਸਾਲ ਦਾ ਜਿਹੜੇ ਪ੍ਰੋਗਰਾਮ ਦੇ ਪੁਆਇੰਟਸ ਜ਼ਿਆਦਾ ਹੈਗੇ ਨੇ। ਜਿਹੜੇ ਅਫੋਰਡ ਕਰਦੇ ਨੇ, ਤਕਰੀਬਨ 12 ਲੱਖ ਫੀਸ ਹੈਗੀ ਹੈ, 10 ਲੱਖ ਫੀਸ 1 ਸਾਲ ਦੀ ਹੈਗੀ ਹੈ, ਔਰ 20 ਲੱਖ ਦੇ ਤਕਰੀਬਨ 2 ਸਾਲ ਦੀ ਫੀਸ, ਔਰ 30 ਲੱਖ ਆਫ ਕੋਰਸ 3 ਸਾਲ ਦੀ ਫੀਸ। ਸੋ ਔਰ ਨੈਚੁਰਲੀ ਕਿ ਲਿਵਿੰਗ ਐਕਸਪੈਂਸ ਤਕਰੀਬਨ ਕੋਈ 3 ਲੱਖ 4 ਲੱਖ ਪਰ ਈਅਰ ਦਾ ਲਿਵਿੰਗ ਐਕਸਪੈਂਸ। ਕੁਝ ਬੱਚੇ ਕਮਾਈ ਕਰ ਲੈਂਦੇ ਆ, ਲੇਕਿਨ ਆਪਾਂ ਉਸ ਗੱਲ ਤੇ ਵਿਸ਼ਵਾਸ ਨਹੀਂ ਕਰ ਸਕਦੇ ਕਿ ਕਿੰਨਾ ਕੰਮ ਮਿਲੇਗਾ। ਸੋ ਇਹ ਜਿਹੜੀ ਮੈਂ ਫਿਗਰ ਦੱਸੇ ਨੇ 10 ਲੱਖ 12 ਲੱਖ ਰੁਪਏ ਪਰ ਈਅਰ ਦੇ ਹਿਸਾਬ ਨਾਲ, ਅਗਰ 3 ਸਾਲ ਦੇ ਖਰਚੇ ਅਫੋਰਡ ਕਰਦੇ ਹੈਗੇ ਨੇ ਤੇ 3 ਸਾਲ ਦਾ ਪ੍ਰੋਗਰਾਮ ਲੈ ਲੈਣਾ ਚਾਹੀਦਾ। ਔਰ ਅਗਰ ਨਹੀਂ ਤਾਂ 2 ਸਾਲ ਲੈ ਕੇ ਬੱਚਿਆਂ ਦੀ ਪੀਆਰ ਹੁੰਦੀ ਹੈ, ਲੇਕਿਨ ਔਖਾ ਤਕਲੀਫ ਹੁੰਦੀ ਹੈ, ਇੱਧਰ ਉੱਧਰ ਮੂਵ ਕਰਨਾ ਪੈਂਦਾ। ਮੰਨ ਲਓ ਓਨਟਾਰੀਓ, ਵੈਂਕੂਵਰ 'ਚ ਕੀਤਾ, ਕਿਤੇ ਹੋਰ ਸਸਕੈਚੁਅਨ, ਮੈਨੀਟੋਬਾ ਵਗੈਰਾ ਜਾ ਕੇ ਕਰਨਾ ਪੈਂਦਾ। ਆਫ ਕੋਰਸ ਕੁਝ ਪ੍ਰੋਵਿੰਸਿਸ, ਕੁਝ ਪਲੇਸਿਸ ਇਹੋ ਜਿਹੇ ਨੇ ਜਿੱਥੇ ਪੜ੍ਹ ਕੇ ਪੀਆਰ ਸੌਖੀ ਹੁੰਦੀ ਹੈ, ਉੱਥੇ 3 ਸਾਲ ਦੀ ਲੈਣ ਦੀ ਜ਼ਰੂਰਤ ਨਹੀਂ। ਮੰਨ ਲਓ ਕਿ ਸਸਕੈਚੁਅਨ ਹੈਗਾ, ਮੈਨੀਟੋਬਾ ਹੈਗਾ, ਅਟਲਾਂਟਿਕ ਪ੍ਰੋਵਿੰਸੀ ਜਿਹੜੀ ਹੈ, ਨਿਊ ਫਾਊਂਡਲੈਂਡ ਐਂਡ ਲੈਬਰਾਡੋਰ ਹੈਗਾ, ਜਾਂ ਪ੍ਰਿੰਸ ਐਡਵਰਡ ਆਈਲੈਂਡ ਹੈਗਾ, ਔਰ ਨਿਊ ਬਰੰਜ਼ਵਿਕ, ਨਿਊ ਨੋਵਾ ਸਕੋਸ਼ੀਆ, ਇਹ 4 ਪ੍ਰੋਵਿੰਸੀ ਜਿਹੜੀ ਅਟਲਾਂਟਿਕ ਪ੍ਰੋਵਿੰਸੀ ਵਿੱਚ ਪੜ੍ਹ ਕੇ ਵੈਸੇ ਹੀ ਸੌਖੀ ਹੁੰਦੀ ਹੈ। ਈਵਨ ਕਿ ਉੱਥੇ ਅਟਲਾਂਟਿਕ ਜਿਹੜਾ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਹੈਗਾ, ਉਸ ਦੇ ਵਿੱਚ ਈਵਨ ਕਿ ਐਕਸਪੀਰੀਅੰਸ ਦੀ ਲੋੜ ਨਹੀਂ, ਬਹੁਤ ਹੀ ਜਿਹੜਾ ਹੈ ਸੌਖੀ ਜਿਹੜੀ ਹੈ ਪੀਆਰ ਹੁੰਦੀ ਹੈ, ਔਰ 2 ਸਾਲ ਦੇ ਪ੍ਰੋਗਰਾਮ ਨਾਲ ਹੋ ਜਾਂਦੀ ਹੈ। 3 ਸਾਲ ਦਾ ਖਰਚਾ ਕਰਨ ਦੀ ਜ਼ਰੂਰਤ ਨਹੀਂ। ਸੋ ਇਹ ਸਾਰੀਆਂ ਚੀਜ਼ਾਂ ਦਾ ਤੁਹਾਡਾ ਜਿਹੜਾ ਸਟੂਡੈਂਟ ਨੇ, ਆਪਾਂ ਨੇ ਪਹਿਲਾਂ ਪ੍ਰੀਵੀਅਸ ਐਜੂਕੇਸ਼ਨ ਕੀ ਕੀਤੀ ਹੈ, ਅੱਗੇ ਕਿਹੜਾ ਕੋਰਸ ਲੈਣਾ ਚਾਹੁੰਦੇ ਹੈਗੇ, ਕੋਈ ਰਿਲੇਟਿਵ ਫਰੈਂਡ ਵਗੈਰਾ ਕੋਲ ਤਾਂ ਨਹੀਂ ਜਾਣਾ ਹੈਗਾ। ਪੀਆਰ ਜਿੱਥੇ ਸੌਖੀ ਉੱਥੇ ਜਾਣਾ ਹੈ, ਜਾਂ ਬੜੇ ਸਾਰੇ ਕਾਲਜ ਯੂਨੀਵਰਸਿਟੀਜ਼ ਦੇ ਵਿੱਚ ਫੀਸ ਘੱਟ ਹੈ। ਮੰਨ ਲਓ ਕਿ CBU ਜਿਹੜੀ ਮੈਂ ਦੱਸੀ ਨੋਵਾ ਸਕੋਸ਼ੀਆ ਦੇ ਵਿੱਚ ਜਿਹੜੀ ਹੈ, ਕੇਪ ਬ੍ਰਿਟਨ ਯੂਨੀਵਰਸਿਟੀ ਹੈ, ਜਾਂ ਉੱਥੇ ਪੀਆਰ ਵੀ ਸੌਖੀ ਹੈ। ਔਰ ਪੋਸਟ ਗ੍ਰੈਜੂਏਟ ਪ੍ਰੋਗਰਾਮ ਜਿਹੜੇ ਨੇ, ਜਿਹੜਾ ਕਿ $32,000 2 ਸਾਲ ਦੀ ਫੀਸ ਹੁੰਦੀ ਹੈ, ਉਹ ਕੇਪ ਬ੍ਰਿਟਨ ਯੂਨੀਵਰਸਿਟੀ 'ਚ ਪੋਸਟ ਗ੍ਰੈਜੂਏਟ ਪ੍ਰੋਗਰਾਮ ਦੀ ਫੀਸ $25,000 ਦੇ ਕਰੀਬ। ਸੋ ਇਸੇ ਤਰੀਕੇ ਨਾਲ ਹੋਰ ਵੀ ਜਿਹੜਾ ਹੈ, ਜਿਸ ਤਰ੍ਹਾਂ ਕਿ KPU ਕੁਆਂਟਲੈਂਡ ਪੋਲੀਟੈਕਨਿਕ ਯੂਨੀਵਰਸਿਟੀ ਹੈਗੀ ਹੈ ਸਰੀ ਦੇ ਵਿੱਚ, ਵੈਂਕੂਵਰ ਦੇ ਨੇੜੇ, ਔਰ ਲੈਂਪਟਨ ਕਾਲਜ ਹੈਗਾ ਜਿਹੜਾ ਕਿ ਟੋਰੰਟੋ ਦੇ ਵਿੱਚ ਹੈਗਾ, CNC ਜਿਹੜਾ ਹੈ ਪ੍ਰਿੰਸ ਜਾਰਜ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, NBCC ਨਿਊ ਬਰੰਜ਼ਵਿਕ ਕਮਿਊਨਿਟੀ ਕਾਲਜ ਨਿਊ ਬਰੰਜ਼ਵਿਕ ਦੇ ਵਿੱਚ, ਜਿੱਥੇ ਫਿਰ ਅਗੇਨ ਅਟਲਾਂਟਿਕ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਵਿੱਚ ਪੀਆਰ ਸੌਖੀ। ਸੋ ਉੱਥੇ ਜਿਹੜੀ ਫੀਸ ਜਿਹੜੀ NBCC ਦੀ ਈਵਨ ਪੋਸਟ ਸੈਕੰਡਰੀ ਪ੍ਰੋਗਰਾਮ ਦੀ ਫੀਸ ਜਿਹੜੀ 32,000 ਤੋਂ ਘਟਾ ਕੇ 2 ਸਾਲ ਦੀ $20,000, ਤਕਰੀਬਨ ਅੱਧੀ। ਸੋ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਅਸੀਂ ਹਰ ਤਰ੍ਹਾਂ ਦੀ ਸਲਾਹ, ਔਰ ਖ਼ਾਸ ਤੌਰ 'ਤੇ ਸਟੂਡੈਂਟਸ ਦੇ ਕੈਰੀਅਰ, ਸਟੂਡੈਂਟਸ ਦੀ ਪੀਆਰ, ਔਰ ਘੱਟ ਫੀਸ, ਜਿੱਥੇ ਕਿ ਤੁਹਾਡੇ ਜਿਹੜੇ ਸਟੂਡੈਂਟ ਔਰ ਪੇਰੈਂਟਸ ਨੂੰ ਜਿਹੜੇ ਡੈਫੀਨੇਟਲੀ ਜ਼ਿਆਦਾਤਰ ਲੋਕ ਬੜਾ ਘੱਟ ਅਫੋਰਡ ਕਰਦੇ ਹੈਗੇ, ਅਤੇ ਅਸੀਂ ਉਹਨਾਂ ਦੀ ਫੀਸ ਬਚ ਜੇ, ਪੈਸੇ ਬਚ ਜਾਣ, ਇਸ ਚੀਜ਼ ਨੂੰ ਧਿਆਨ 'ਚ ਰੱਖ ਕੇ ਪਹਿਲਾਂ ਤੁਹਾਡੇ ਹਿੱਤਾਂ ਨੂੰ, ਤੁਹਾਡੇ ਜਿਹੜੀ ਬਚਤ ਨੂੰ ਖਿਆਲ 'ਚ ਰੱਖ ਕੇ, ਤੁਹਾਡੀ ਜਿਹੜੀ ਹੈ ਫਾਇਦੇ ਨੂੰ ਧਿਆਨ 'ਚ ਰੱਖ ਕੇ ਤੁਹਾਨੂੰ ਪਹਿਲਾਂ ਆਪਸ਼ਨਸ ਦੇ ਕੇ ਸਾਰੀ ਜਿਹੜੀ ਐਕਸਪਰਟ ਐਡਵਾਈਸ ਦਿੰਦੇ ਆ। ਵੈਲਕਮ ਜੀ। ਸੋ ਫਿਲਹਾਲ ਜੀ ਹੁਣ ਤੁਹਾਡੇ ਵਾਸਤੇ ਜਨਵਰੀ ਦੀਆਂ ਐਡਮਿਸ਼ਨਸ ਵੀ ਚੱਲ ਰਹੀਆਂ ਨੇ, ਉੱਥੇ ਹੀ ਮਈ ਦੀਆਂ ਐਡਮਿਸ਼ਨਸ ਵੀ ਸਟਾਰਟ ਹੋ ਚੁੱਕੀਆਂ ਨੇ। ਸੋ ਫਿਲਹਾਲ ਤੁਹਾਡੇ ਵਾਸਤੇ ਕਿਹੜੇ ਕਾਲਜਸ ਜਾਂ ਯੂਨੀਵਰਸਿਟੀ ਦੀਆਂ ਆਪਸ਼ਨਸ ਹਾਲੇ ਵੀ ਅਕੋਰਡਿੰਗ ਟੂ ਤੁਹਾਡੀ ਪ੍ਰੋਫਾਈਲ ਤੁਸੀਂ ਜ਼ਰੂਰ ਡਿਸਕਸ ਕਰ ਸਕਦੇ ਹੋ। ਇਹ ਲਾਈਵ ਪ੍ਰੋਗਰਾਮ ਹੈ ਤੇ ਕਾਲ ਜ਼ਰੂਰ ਕਰਿਆ ਕਰੋ ਜੀ, ਜਿਹੜੇ ਨੰਬਰ ਤੁਹਾਡੀ ਸਕਰੀਨ ਦੇ ਉੱਤੇ ਫਲੈਸ਼ ਹੁੰਦੇ ਨੇ। ਤੁਹਾਡਾ ਕੈਨੇਡਾ ਦੇ ਵਿੱਚ ਵੀ ਆਫਿਸ ਹੈ, ਰਾਈਟ? ਬਿਲਕੁਲ। ਉੱਥੇ ਵੀ ਸਬਸੇ ਸਟੂਡੈਂਟਸ ਜਿਹੜੇ ਹੈਗੇ ਨੇ, ਪਹਿਲਾਂ ਦੱਸਿਆ ਬਿਲਕੁਲ ਕਿ ਬਰੈਂਪਟਨ ਦੇ ਵਿੱਚ ਔਰ ਸੈਸਕਟੂਨ ਦੇ ਵਿੱਚ ਹੈਗਾ, ਜਿਹੜੇ ਸਟੂਡੈਂਟਸ ਉੱਥੇ ਹੈਗੇ ਨੇ, ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਪਹੁੰਚ ਗਏ ਨੇ, ਕਿ ਸਟੂਡੈਂਟ ਖਤਮ ਹੋ ਗਏ, ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲ ਗਿਆ ਔਰ ਐਕਸਪੀਰੀਅੰਸ ਹੋ ਗਿਆ, ਉਹ ਆਪਣੀ ਪੀਆਰ ਦੀ ਆਪਸ਼ਨਸ ਜਿਹੜੀਆਂ ਨੇ ਉੱਥੇ ਸਾਡੇ ਆਫਿਸਿਸ ਦੇ ਵਿੱਚ ਜਿਹੜਾ ਕਾਲ ਕਰਕੇ ਡਿਸਕਸ ਕਰ ਸਕਦੇ ਨੇ। ਔਰ ਸਾਡੇ ਇੱਧਰ ਦੇ ਆਫਿਸਿਸ ਜਿਹੜੇ ਨੇ
ਉਹ ਅਗੇਨ ਉਹੀ ਪੀਆਰ ਦੀਆਂ ਸਾਰੀਆਂ ਰੂਲਸ ਐਂਡ ਠੀਕ ਹੈ। ਰੈਗੂਲੇਸ਼ਨ ਨੂੰ ਧਿਆਨ 'ਚ ਰੱਖ ਕੇ ਕਿੱਦਾਂ ਸੌਖੀ ਪੀਆਰ ਹੋਏਗੀ ਉਹ ਸਾਰੇ ਕੈਨੇਡਾ ਆਫਿਸ ਨਾਲ ਡਿਸਕਸ ਕਰਕੇ ਜਿਹੜੇ ਚੇਂਜਸ ਹੁੰਦੇ ਰਹਿੰਦੇ ਨੇ ਰੂਲ ਰੈਗੂਲੇਸ਼ਨ ਦੇ ਵਿੱਚ ਉਸ ਦੇ ਹਿਸਾਬ ਨਾਲ ਸਟੂਡੈਂਟਸ ਨੂੰ ਐਡਵਾਈਸ ਕਰਦੇ ਜੀ। ਜੀ ਸੋ ਕਿਸ ਤਰ੍ਹਾਂ ਤੁਹਾਡੀ ਜਿਹੜੀ ਪੀਆਰ ਸੀ ਉਹ ਸੌਖੀ ਹੋਏਗੀ, ਉਹਦੇ ਵਿੱਚ ਮਦਦ ਕਰ ਰਹੇ ਨੇ ਸਾਡੇ ਅੱਜ ਦੇ ICCRC ਮੈਂਬਰ ਡਾਕਟਰ ਰਵੀ ਗਰਗ ਪਾਇਨੀਅਰ ਇਮੀਗ੍ਰੇਸ਼ਨ ਤੋਂ। ਸੋ ਸਟੂਡੈਂਟਸ ਜੀ ਅੱਛਾ ਹੁਣ ਜਦੋਂ ਤੁਹਾਡੇ ਸੈਮੀਨਾਰਸ ਹੋ ਵੀ ਚੁੱਕੇ ਨੇ, ਹਾਲੇ ਆ ਵੀ ਰਹੇ ਨੇ, ਉਹਦੇ ਵਾਸਤੇ ਇੱਕ ਵਾਰ ਮੈਂ ਤੁਹਾਨੂੰ ਡੇਟਸ ਦੱਸ ਦਿੰਦੀ ਜੀ। 26 ਤਰੀਕ ਨੂੰ ਫਿਰੋਜ਼ਪੁਰ ਦੇ ਵਿੱਚ, 27 ਤਰੀਕ ਨੂੰ ਬਰਨਾਲਾ ਪਹੁੰਚ ਰਹੇ ਨੇ ਜੀ, 29 ਤਰੀਕ ਨੂੰ ਚੰਡੀਗੜ੍ਹ, ਤੇ ਉਸ ਤੋਂ ਬਾਅਦ 2 ਤਰੀਕ ਨੂੰ ਫਿਰ ਤੋਂ ਮੇਰੇ ਖਿਆਲ ਚ ਬਰਨਾਲਾ ਦੇ ਵਿੱਚ ਹੀ ਜੀ ਬਰਨਾਲਾ, ਤੇ 3 ਤਰੀਕ ਨੂੰ ਬਠਿੰਡਾ, ਤੇ 4 ਤਰੀਕ ਨੂੰ ਪਟਿਆਲਾ ਪਾਇਨੀਅਰ ਇਮੀਗ੍ਰੇਸ਼ਨ ਦੇ ਸੈਮੀਨਾਰਸ ਰਹਿਣਗੇ। ਡਾਇਰੈਕਟ ਕੰਸਲਟੈਂਟਸ ਜਿਹੜਾ ਉਹ ਕਿੱਦਾਂ ਮਦਦ ਕਰਦਾ ਹੈ, ਜਾਂ ਫਿਰ ਕਿ ਹਾਂਜੀ ਅਸੀਂ ਹੁਣ ਕਾਲਜਸ ਦੇ ਰਿਪਰੈਜ਼ੈਂਟੇਟਿਵਸ ਦੇ ਨਾਲ ਮਿਲ ਰਹੇ ਹਾਂ, ਕੀ ਫਰਕ ਰਹੇਗਾ? ਜਿਸ ਤਰ੍ਹਾਂ ਕਵਿਤਾ ਜੀ ਮੈਂ ਦੱਸਿਆ ਇੰਨੀ ਸਾਰੀ ਜਿਹੜੀ ਨੌਲੇਜ ਹੈਗੀ ਹੈ ਕਿ ਉੱਥੇ PR PNV ਜਿਹੜੇ ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮ ਹੋਏ ਸਾਰੇ, ਇਮੀਗ੍ਰੇਸ਼ਨ ਜਿਹੜੀ ਹੈਗੀ ਹੈ, ਇਮੀਗ੍ਰੇਸ਼ਨ ਦਾ ਮਤਲਬ ਪਰਮਾਨੈਂਟ ਰੈਜ਼ੀਡੈਂਸ ਕਿਵੇਂ ਸਟੂਡੈਂਟ ਦੀ ਸੌਖੀ ਹੋਏਗੀ, ਇਹ ਸਾਰੀ ਜਿਹੜੀ ਇਮੀਗ੍ਰੇਸ਼ਨ ਵਰਡ ਦੀ ਸਟੱਡੀ ਵੀਜ਼ਾ ਨੂੰ ਫਿਰ ਵੀ ਐਮਬੈਸੀ ਮਾਈਂਡ ਨਹੀਂ ਕਰਦੀ, ਕੋਈ ਵੀ ਸਲਾਹ ਦੇ ਸਕਦਾ ਹੈ, ਲੇਕਿਨ ਇਮੀਗ੍ਰੇਸ਼ਨ ਦੀ ਜਿੱਥੇ ਗੱਲ ਹੁੰਦੀ ਹੈ, ਵਰਕ ਪਰਮਿਟ ਦੀ ਗੱਲ ਹੁੰਦੀ ਹੈ, ਜਿਹੜੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੈਗੀ ਹੈ, ਪਰਮਾਨੈਂਟ ਰੈਜ਼ੀਡੈਂਸ, ਇਹ ਰੂਲਸ ਰੈਗੂਲੇਸ਼ਨਸ ਦਾ ਤਾਂ ਬਹੁਤ ਹੀ ਸੈਂਸਿਟਿਵ ਇਸ਼ੂ ਹੈਗਾ। ਔਰ ਕੈਨੇਡਾ ਗਵਰਨਮੈਂਟ, ਕੈਨੇਡਾ ਅੰਬੈਸੀ ਜਿਹੜੀ ਹੈਗੀ ਹੈ ਉਸ ਦੇ ਵੱਲੋਂ ਸਟ੍ਰਿਕਟ ਇੰਸਟਰਕਸ਼ਨਸ ਨੇ ਕਿ ਸਿਰਫ ICCRC ਮੈਂਬਰਸ ਹੀ ਇਸ ਨੂੰ ਟੱਚ ਕਰ ਸਕਦੇ ਆ ਜਾਂ ਐਡਵਾਈਸ ਦੇ ਸਕਦੇ ਆ ਜਿਹੜੇ ਆਪਣੇ ਕਲਾਇੰਟਸ ਨੂੰ। ਔਰ ਇਸ ਕਰਕੇ ਖਾਸ ਤੌਰ ਤੇ ਜਿਹੜਾ ਹੈਗਾ ਅਗਰ ਆਪਾਂ ਕੈਨੇਡਾ ਅੰਬੈਸੀ ਦੀ ਵੈਬਸਾਈਟ cic.gc.ca ਉੱਥੇ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਅਗਰ ਵਰਡ ਲਿਖੀਏ ਸਰਚ ਬਾਕਸ ਵਿੱਚ ਤੇ ਸਾਰੀ ਲਿਸਟ ICCRC ਮੈਂਬਰਸ ਦੀ ਆ ਜਾਏਗੀ। ਅਗਰ IMM 54765476 ਲਿਖਾਂਗੇ, ਕੈਨੇਡਾ ਦੀ ਜਿਹੜੀ ਹੈਗੀ ਆ ਇਹ ਰਿਪਰੈਜ਼ੈਂਟੇਟਿਵ ਦਾ ਫਾਰਮ ਆ ਜਾਏਗਾ ਜਿਸ ਦੇ ਵਿੱਚ ਪੁੱਛਿਆ ICCRC ਮੈਂਬਰਸ਼ਿਪ ਨੰਬਰ ਤੁਹਾਡੇ ਕੰਸਲਟੈਂਟ ਦਾ ਕੀ ਹੈਗਾ। ਸੋ ਇਹ ਜਿਹੜੀ ਹੈ ਇਸ ਚੀਜ਼ ਦੀ ਮੈਂ ਬੀਇੰਗ ਐਨ ICCRC ਮੈਂਬਰ ਇਹ ਸਾਰੀ ਨੌਲੇਜ ਰੱਖਣੀ। ਔਰ ਫਿਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕਾਲਜਿਸ ਨੂੰ ਅਥਾਰਟੀ ਹੈ ਸਿਰਫ ਆਪਣੇ ਪ੍ਰੋਗਰਾਮਸ ਮਤਲਬ ਕੋਰਸਿਸ ਦੱਸਣ ਵਾਸਤੇ, ਔਰ ਅਗੇਨ ਕਿ ਉਹ ਸਿਰਫ ਆਪਣੇ ਹੀ ਕੋਰਸਿਸ ਦੱਸਣਗੇ, ਦੂਸਰੇ ਕਾਲਜਿਸ ਦਾ ਦੂਸਰੀ ਪੋਲਿਸੀਜ਼ ਦੀ ਕਿੱਥੇ ਪੜ੍ਹ ਕੇ PR ਸੌਖੀ ਹੋਏਗੀ, ਇਮੀਗ੍ਰੇਸ਼ਨ ਰੂਲਸ ਕੀ ਹੈਗੇ ਨੇ, ਇਹ ਨਾ ਤਾਂ ਉਹਨਾਂ ਨੂੰ ਨੌਲੇਜ ਹੁੰਦੀ ਹੈ, ਨਾ ਹੀ they are not supposed to give information to the clients and ਜਿਹੜਾ ਲੋਕਾਂ ਨੂੰ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਉਹ ਦੇਣ ਦੇ ਆਥੋਰਾਈਜ਼ਡ। ਈਵਨ ਕਾਲਜਿਸ ਨੂੰ ਅਗਰ ਪੁੱਛੀਏ ਕਿ ਜੀ PR ਕਿਵੇਂ ਸੌਖੀ ਹੋਏਗੀ, PR ਕਿਵੇਂ ਹੋਏਗੀ, ਵਰਕ ਪਰਮਿਟ ਦੇ ਬਾਰੇ ਗੱਲ ਕਰੀਏ ਤੇ ਉਹ ਇਹ ਕਹਿਣਗੇ ਕਿ ਅਸੀਂ ਵੀ ਆਰ ਨਾਟ ਅਥੋਰਾਈਜ਼ਡ ਐਂਡ ਓਨਲੀ ਐਨ ICCRC ਮੈਂਬਰ ਕੈਨ ਐਡਵਾਈਜ਼ ਯੂ ਅਬਾਊਟ ਦਿਸ। ਸੋ ਉਸ ਚੀਜ਼ ਨੂੰ ਧਿਆਨ 'ਚ ਰੱਖਦੇ ਮੈਂ ਖੁਦ ਇਹਨਾਂ ਚੀਜ਼ਾਂ ਦਾ ਧਿਆਨ ਔਰ ਇੰਨੇ ਚਿਰ ਤੋਂ ਲੋਕਾਂ ਦੀ PR ਕਰਵਾ ਰਹੇ ਹਾਂ ਔਰ ਉੱਥੇ ਕੈਨੇਡਾ ਦੇ ਵਿੱਚ, ਔਰ ਫਿਰ ਇਹਨਾਂ ਚੀਜ਼ਾਂ ਦਾ ਧਿਆਨ 'ਚ ਰੱਖ ਕੇ ਹੀ ਸਾਰੀ ਇਨਫੋਰਮੇਸ਼ਨ ਸਟੂਡੈਂਟਸ ਨੂੰ ਅਸੀਂ ਔਰ ਕਲਾਇੰਟਸ ਪੇਰੈਂਟਸ ਨੂੰ ਦਿੰਦੇ ਹੈਗੇ ਹਾਂ। ਲੇਕਿਨ ਧਿਆਨ ਦੇਣ ਦੀ ਜ਼ਰੂਰਤ ਸਿਰਫ ਇੰਨੀ ਹੈਗੀ ਹੈ ਕਿ ਮੈਂ ਹੁਣ ਵੀ ਇਹ ਹਮੇਸ਼ਾ ਇਹ ਕਹਿਣਾ ਹੈਗਾ ਕਿ ਅਗਰ ਬੱਚੇ ਦਾ ਮਾਮਾ ਕਿਤੇ ਰਹਿੰਦਾ ਹੈਗਾ, ਮੰਨ ਲਓ ਟੋਰਾਂਟੋ ਰਹਿੰਦਾ ਹੈਗਾ, ਉੱਥੇ ਕਲਰਕ ਦਾ ਕੋਰਸ ਹੈਗਾ, ਔਰ ਮੰਨ ਲਓ ਕਿਸੇ ਹੋਰ ਪ੍ਰੋਵਿੰਸ ਦੇ ਵਿੱਚ ਉੱਥੋਂ 1000 ਕਿਲੋਮੀਟਰ ਤੇ ਮੈਨੇਜਰ ਦਾ ਕੋਰਸ ਹੈ, ਇੱਕ ਐਗਜ਼ਾਮਪਲ ਦੇ ਰਿਹਾ ਮੈਂ। ਸੋ ਵਾਈ ਨਾਟ ਕਿ ਆਪਾਂ ਉੱਥੇ ਮਾਮੇ ਕੋਲ ਛੱਡ ਦਈਏ ਇਸ ਗੱਲ ਨੂੰ, ਆਪਾਂ ਕਲੈਰੀਕਲ ਕੋਰਸ ਕਲਰਕ ਦਾ ਨਾ ਕਰਾਈਏ, ਮੈਨੇਜਰ ਦਾ, ਕਿਉਂਕਿ ਬੱਚੇ ਦੀ ਸਾਰੀ ਜ਼ਿੰਦਗੀ ਦਾ ਸਵਾਲ। ਸਿਰਫ 2 ਸਾਲ ਦਾ ਕੋਰਸ ਮੰਨ ਲਓ ਕਰਨਾ ਹੈ, 4-4 ਮਹੀਨੇ ਦੇ 4 ਸਮੈਸਟਰ, 16 ਮਹੀਨੇ ਦੀ ਪੜ੍ਹਾਈ ਨੂੰ 2 ਸਾਲ ਦਾ ਜਿਹੜਾ ਹੈਗਾ ਡਿਪਲੋਮਾ ਮਿਲ ਜਾਂਦਾ ਹੈ। 16 ਮਹੀਨੇ ਦੀ ਪੜ੍ਹਾਈ ਕਰਕੇ 3 ਸਾਲ ਦਾ ਉਸ ਤੋਂ ਬਾਅਦ ਵਰਕ ਪਰਮਿਟ ਮਿਲ ਜਾਣਾ ਹੈਗਾ। ਵਰਕ ਪਰਮਿਟ ਦੇ ਵਿੱਚ ਜਿੱਥੇ ਮਰਜ਼ੀ ਸਟੂਡੈਂਟ ਜਾ ਸਕਦਾ ਹੈ, ਇਹ ਵੀ ਧਿਆਨ ਰੱਖਣਾ। ਅੱਛਾ, ਸੋ ਇਹ ਸਾਰੀਆਂ ਪੂਰੇ ਕੈਨੇਡਾ ਦੇ ਵਿੱਚ ਤੁਸੀਂ ਕਹਿ ਰਹੇ ਹੋ? ਆਲ ਓਵਰ ਕੈਨੇਡਾ, ਐਨੀਵੇਅਰ। ਅੱਛਾ। ਸੋ ਇਹ ਆਪਾਂ ਸਿਰਫ 16 ਮਹੀਨੇ ਦੀ ਪੜ੍ਹਾਈ ਦੇ ਵਿੱਚ ਸਿਰਫ ਇਸ ਕਰਕੇ ਕਿ ਉੱਥੇ ਕੋਈ ਰਿਲੇਟਿਵ ਰਹਿੰਦਾ ਹੈਗਾ ਉੱਥੇ ਹੀ ਭੇਜ ਦਈਏ ਤੇ ਆਪਾਂ ਕਲਰਕ ਦਾ ਕੋਰਸ ਕਰਾ ਲਈਏ ਤੇ ਬੱਚੇ ਨੂੰ ਮੈਨੇਜਰ ਛੱਡ ਕੇ ਕਲਰਕ ਬਣਾ ਦਈਏ। ਔਰ ਮੈਂ ਇਹ ਵੀ ਦੇਖਿਆ ਕਿ ਜੀ ਮੈਂ ਬੜਾ ਹੈਰਾਨ, 90 92 95 ਮੇਰੇ ਕੋਲ 99% ਵਾਲੀ ਬੇਟੀ ਜਿਹੜੀ ਬੱਚੀ ਆਈ ਸੀਗੀ। ਸੋ ਉਹ ਇਹੋ ਜਿਹੇ ਬੱਚੇ ਜਿਹੜੇ ਇੰਨੇ ਵੱਡੇ ਜਿਹੜੇ ਮਤਲਬ ਹਾਈ ਲੈਵਲ ਦੇ ਇੰਨੇ ਸਟੂਡੀਅਸ ਦਾ ਮਤਲਬ ਜੀਨੀਅਸ ਬੱਚੇ ਨੇ, ਉਹਨਾਂ ਦੀ ਪੜ੍ਹਾਈ, ਉਹਨਾਂ ਦੇ ਕਰੀਅਰ ਨੂੰ ਲੈ ਕੇ ਅਸੀਂ ਤਾਂ ਨਹੀਂ ਬਿਲਕੁਲ ਵੀ ਕੰਪਰੋਮਾਈਜ਼ ਕਰਦੇ, ਅਸੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਦੇ ਹਾਂ ਔਰ ਪੇਰੈਂਟਸ ਨੂੰ ਵੀ ਨਹੀਂ ਕਰਨਾ ਚਾਹੀਦਾ ਕੰਪਰੋਮਾਈਜ਼। ਔਰ ਇੱਕ ਗੱਲ ਹੋਰ ਧਿਆਨ ਰੱਖਣਾ ਕਿ ਖਾਸ ਤੌਰ ਤੇ ਕੁੜੀਆਂ ਨੂੰ ਲੈ ਕੇ, ਬੱਚੀਆਂ ਨੂੰ ਲੈ ਕੇ ਪੇਰੈਂਟਸ ਬੜੇ ਐਪਰੀਹੈਂਸਿਵ ਹੁੰਦੇ ਕਿ ਜੀ ਕੁੜੀ ਹੈਗੀ ਹੈ ਤੇ ਰਿਲੇਟਿਵ ਕੋਲ ਹੀ ਭੇਜਣੀ ਹੈ। ਉੱਥੇ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈਗੀ ਕਿਉਂਕਿ ਉੱਥੇ ਸੇਫ ਕੰਟਰੀ ਹੈ, ਕੋਈ ਨਾ ਸਿਫਾਰਿਸ਼ ਚੱਲਣੀ ਨਾ ਪੈਸਾ ਚੱਲਣਾ, ਕ੍ਰਾਈਮ ਰੇਟ ਵੈਰੀ ਲੋ, ਔਰ ਬੱਚੇ ਬੇਟੀਆਂ ਔਰ ਬੱਚੇ ਸਾਰੇ ਅੱਧੀ ਰਾਤ ਨੂੰ ਵੀ ਜਿੱਥੇ ਮਰਜ਼ੀ ਬੱਸਾਂ ਤੇ ਔਰ ਗੱਡੀਆਂ ਤੇ ਆਉਂਦੇ ਜਾਂਦੇ ਹੈਗੇ ਨੇ, ਕੋਈ ਡਰਨ ਦੀ ਜੀ। ਸੋ ਇਹੀ ਕਾਰਨ ਹੈ ਜੀ ਕਿ ਕਿਤੇ ਨਾ ਕਿਤੇ
ਇੱਕ ਰੀਜ਼ਨ ਜਿਹੜਾ ਹੈਗਾ ਵੀ ਸਾਡਾ ਬਾਹਰ ਜਾਣ ਦਾ ਵੀ ਚਲੋ ਬਿਲਕੁਲ, ਸੇਫ ਰਹੇਗਾ ਬੱਚਾ। ਬਿਲਕੁਲ। ਸੋ ਫਿਲਹਾਲ ਜੀ ਪਾਇਨੀਅਰ ਇਮੀਗ੍ਰੇਸ਼ਨ ਤੋਂ ਡਾਕਟਰ ਰਵੀ ਗਰਗ ਸਾਡੇ ਨਾਲ। ਸਰ ਜੀ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ ਆਉਣ ਵਾਸਤੇ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਸੋ ਅਕਾਲ। ਇਸੇ ਦੇ ਨਾਲ ਜੀ ਦਿਓ ਇਜਾਜ਼ਤ। ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਵੇਖਦੇ ਰਿਹਾ ਕਰੋ ਤੇ ਹਾਲੇ ਵੀ ਕੋਈ ਸਵਾਲ ਹੈ ਜਾਂ ਸੈਮੀਨਾਰ ਤੁਸੀਂ ਅਟੈਂਡ ਕਰਨਾ ਜੀ, ਕਿਹੜੇ ਕਿਹੜੇ ਡਾਕੂਮੈਂਟਸ ਚਾਹੀਦੇ ਹੋਣਗੇ, ਨੰਬਰਾਂ ਦੇ ਉੱਤੇ ਕਾਲ ਕਰਕੇ ਤੁਸੀਂ ਆਪਣਾ ਜਿਹੜਾ ਸਵਾਲ ਹੈ ਉਹਦਾ ਜਵਾਬ ਜ਼ਰੂਰ ਲੈ ਸਕਦੇ ਹੋ। ਤੇ ਨੈਕਸਟ ਟਾਈਮ ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਆਪਣਾ ਖਿਆਲ ਵੀ ਰੱਖੋ। ਧੰਨਵਾਦ।